ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਮੀਤ। ਪਿਛਲੇ ਕਈ ਸਾਲਾਂ ਤੋਂ ਸਾਡੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪੂਰੇ ਦੇਸ਼ ਦੇ ਵਿੱਚ ਅਲਰਟ ਕਰਦੀਆਂ ਰਹੀਆਂ ਨੇ ਕਿ ਕਿਸੇ ਵੀ ਸਮੇਂ ਦਹਿਸ਼ਤਗਰਦੀ ਹਮਲਾ ਹੋ ਸਕਦਾ ਹੈ ਤੇ ਭਾਰਤ ਦੇ ਵਿੱਚ ਦਹਿਸ਼ਤਗਰਦੀ ਹਮਲੇ ਦੀਆਂ ਸੰਭਾਵਨਾਵਾਂ ਕਾਫੀ ਵੱਧ ਨੇ। ਇਸ ਦੇ ਨਾਲ ਹੀ ਭਾਰਤ ਸਰਕਾਰ ਪੂਰੇ ਵਿਸ਼ਵ ਨੂੰ ਜਾਗਰੂਕ ਕਰਦੀ ਰਹੀ ਹੈ ਕਿ ਦਹਿਸ਼ਤਗਰਦੀ ਦੇ ਖਿਲਾਫ, ਦਹਿਸ਼ਤਵਾਦ ਦੇ ਖਿਲਾਫ ਕੁਝ ਕਰਨਾ ਚਾਹੀਦਾ ਹੈ। ਇਸੇ ਲੜੀ ਦੇ ਵਿੱਚ ਫਰਾਂਸ ਦੇ ਵਿੱਚ ਹੋਇਆ ਇੱਕ ਦਹਿਸ਼ਤਗਰਦੀ ਹਮਲਾ ਜਿਸ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। 80 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ। ਇਸ ਦੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਇੱਕ ਵਾਰ ਫਿਰ ਸਵਾਲ ਖੜਾ ਹੋਇਆ ਕਿ ਕੀ ਇੱਕ ਵਾਰ ਫਿਰ ਦਹਿਸ਼ਤਗਰਦੀ ਦੇ ਨਾਮ ਤੇ ਆਮ ਤੌਰ ਤੇ ਕੀਤੀ ਜਾਣ ਵਾਲੀ ਵਿਚਾਰ ਚਰਚਾ ਅਤੇ ਟੀਵੀ ਮੀਡੀਆ ਦੇ ਵਿੱਚ ਡਿਬੇਟਸ ਕਰਨ ਤੋਂ ਬਾਅਦ ਸਭ ਕੁਝ ਖਤਮ ਕਰ ਦਿੱਤਾ ਜਾਵੇਗਾ ਜਾਂ ਫਿਰ ਦਹਿਸ਼ਤਗਰਦੀ ਦੇ ਖਿਲਾਫ ਸਹੀ ਮਾਇਨਿਆਂ ਦੇ ਵਿੱਚ ਹੁਣ ਜੰਗ ਸ਼ੁਰੂ ਕੀਤੀ ਜਾਵੇਗੀ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਗਲੇ ਅੱਧੇ ਘੰਟੇ ਦੇ ਵਿੱਚ ਇਸੇ ਦੇ ਉੱਤੇ ਕਰਾਂਗੇ ਗੱਲਬਾਤ। ਜੇ ਇੰਨਾ ਵੱਡਾ ਟਰੱਕ ਹੋਵੇ ਅਤੇ ਉਸ ਦੀ ਰਫ਼ਤਾਰ ਹੋਵੇ 60 ਜਾਂ 70, ਤੁਸੀਂ ਆਪਣੇ ਆਪ ਸਮਝ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਸੜਕ ਤੇ ਕਹਿਰ ਬਰਪਾ ਸਕਦਾ ਹੈ, ਕਿਸ ਤਰ੍ਹਾਂ ਲੋਕਾਂ ਦੀ ਜਾਨ ਲੈ ਸਕਦਾ ਹੈ। ਜ਼ਿਗਜ਼ੈਗ ਡਰਾਈਵਿੰਗ ਫਰਾਂਸ ਦੇ ਵਿੱਚ ਕੀਤੀ ਗਈ। ਜੀ ਹਾਂ, ਫਰਾਂਸ ਦੇ ਨੀਸ ਦੇ ਵਿੱਚ ਜ਼ਿਗਜ਼ੈਗ ਡਰਾਈਵਿੰਗ ਕਰਦਾ 60 ਜਾਂ 70 ਦੀ ਰਫ਼ਤਾਰ ਦੇ ਵਿੱਚ ਇੱਕ ਟਰੱਕ, ਇਨਫੈਕਟ ਕੈਂਟਰ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਸੀ। ਲੋਕ ਜਸ਼ਨ ਮਨਾ ਰਹੇ ਸੀ, ਮਗਰ ਅਚਾਨਕ ਇਹ ਕੈਂਟਰ ਤੇਜ਼ੀ ਦੇ ਨਾਲ ਲੋਕਾਂ ਨੂੰ ਕੁਚਲਦਾ ਹੋਇਆ ਚਲਾ ਗਿਆ, ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਇਹ ਸਭ ਕੁਝ ਸਮਝਿਆ ਅਤੇ ਉਸਨੇ ਆਪਣੀ ਮੋਟਰਸਾਈਕਲ ਤੋਂ ਛਾਲ ਲਾ ਕੇ ਇਸ ਟਰੱਕ ਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮਗਰ ਉਸਦੀ ਕੋਸ਼ਿਸ਼ ਨਾਕਾਮ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਗੋਲੀਆਂ ਬਰਸਾਉਣੀਆਂ ਸ਼ੁਰੂ ਕੀਤੀਆਂ, ਜਿਸ ਤੋਂ ਬਾਅਦ ਆਖਿਰਕਾਰ ਟਰੱਕ ਦੇ ਡਰਾਈਵਰ ਨੂੰ ਮਾਰ ਮੁਕਾਇਆ ਗਿਆ। ਪਰ ਇੱਕ ਵਾਰ ਫਿਰ ਸਾਫ਼ ਹੋ ਗਿਆ ਕਿ ਅਤਵਾਦੀਆਂ ਨੇ ਇੱਕ ਨਵੀਂ ਸਟ੍ਰੈਟੇਜੀ ਦੇ ਤਹਿਤ ਇਸ ਵਾਰ ਕੀਤਾ ਸੀ ਹਮਲਾ ਅਤੇ ਇਸ ਹਮਲੇ ਦੇ ਤਹਿਤ ਕਈ ਲੋਕਾਂ ਦੀ ਚਲੀ ਗਈ ਜਾਨ। ਜਦ ਫਰਾਂਸ ਆਪਣੇ ਨੈਸ਼ਨਲ ਡੇ ਦੇ ਜਸ਼ਨ ਦੇ ਵਿੱਚ ਡੁੱਬਿਆ ਹੋਇਆ ਸੀ, ਲੋਕ ਜਗ੍ਹਾ ਜਗ੍ਹਾ ਤੇ ਜਸ਼ਨ ਮਨਾ ਰਹੇ ਸਨ ਤਾਂ ਅਚਾਨਕ ਭੀੜ ਦੇ ਵਿੱਚੋਂ ਇੱਕ ਟਰੱਕ ਆ ਵੜਿਆ ਤੇ ਲੋਕਾਂ ਨੂੰ ਕੁਚਲਦਾ ਹੋਇਆ ਚਲਿਆ ਗਿਆ। ਕੁਝ ਦੇਰ ਤੱਕ ਕਿਸੇ ਨੂੰ ਕੁਝ ਸਮਝ ਨਹੀਂ ਆਇਆ, ਪਰ ਨੇੜੇ ਤੇੜੇ ਪਈਆਂ ਲਾਸ਼ਾਂ ਨੇ ਸਭ ਬਿਆਨ ਕਰ ਦਿੱਤਾ। ਕੁਝ ਮਹੀਨਿਆਂ ਦੇ ਅੰਦਰ ਹੀ ਫਰਾਂਸ ਫਿਰ ਤੋਂ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ। ਫਰਾਂਸ ਦੇ ਨੀਸ ਦੇ ਵਿੱਚ ਬਾਸਟਲ ਡੇ ਦੀ ਸੈਲੀਬ੍ਰੇਸ਼ਨ ਦੌਰਾਨ ਵੀਰਵਾਰ ਰਾਤ ਨੂੰ ਇੱਕ ਸ਼ਖਸ ਵਿਸਫੋਟਕਾਂ ਦੇ ਨਾਲ ਭਰੇ ਹੋਏ ਟਰੱਕ ਨੂੰ ਲੈ ਕੇ ਭੀੜ ਦੇ ਵਿੱਚ ਜਾ ਵੜਿਆ ਤੇ 2 ਕਿਲੋਮੀਟਰ ਤੱਕ ਟਰੱਕ ਦੇ ਹੇਠਾਂ ਲੋਕਾਂ ਨੂੰ ਕੁਚਲਦਾ ਚਲਿਆ ਗਿਆ। ਇਸ ਘਟਨਾ ਦੇ ਵਿੱਚ 84 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਇਸ ਟਰੱਕ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਨੀਸ ਦੇ ਮਹਾਪੌਰ ਕ੍ਰਿਸਟਨ ਐਸਟ੍ਰੋਸੀ ਨੇ ਦੱਸਿਆ ਹੈ ਕਿ ਬੈਸਟਲ ਦੇ ਦੌਰਾਨ ਆਤਿਸ਼ਬਾਜ਼ੀ ਦੇਖਣ ਦੇ ਲਈ ਜੁਟੇ ਲੋਕਾਂ ਦੀ ਭਾਰੀ ਭੀੜ ਦੇ ਵਿੱਚ ਟਰੱਕ ਚਾਲਕ ਵਿਸਫੋਟਾਂ ਦੇ ਨਾਲ ਭਰਿਆ ਹੋਇਆ ਟਰੱਕ ਲੈ ਕੇ ਵੜ ਗਿਆ ਤੇ 2 ਕਿਲੋਮੀਟਰ ਤੱਕ ਲੋਕਾਂ ਨੂੰ ਰੌਂਦਦਾ ਚਲਿਆ ਗਿਆ। ਹਾਲਾਤ ਇੰਨੇ ਭਿਆਨਕ ਸਨ ਕਿ ਹਰ 5 ਮੀਟਰ ਤੇ ਲਾਸ਼ਾਂ ਪਈਆਂ ਦਿਖ ਰਹੀਆਂ ਸਨ। ਭੀੜ ਦੇ ਵਿੱਚੋਂ ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਸਮੁੰਦਰ ਦੇ ਵਿੱਚ ਛਲਾਂਗ ਲਗਾ ਦਿੱਤੀ। ਕੁਝ ਪ੍ਰਤੱਖਦਰਸ਼ੀਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਲੋਕਾਂ ਨੂੰ ਮਰਦੇ ਹੋਏ ਵੇਖਿਆ, ਮਲਬੇ ਨੂੰ ਹਵਾ ਦੇ ਵਿੱਚ ਉੜਦੇ ਹੋਏ ਵੇਖਿਆ ਤੇ ਉੜਦੇ ਹੋਏ ਮਲਬੇ ਦੇ ਵਿੱਚੋਂ ਕਈ ਲੋਕ ਆਪਣੀ ਜਾਨ ਬਚਾਉਂਦੇ ਬਚਦੇ ਦਿਖੇ। ਰਿਪੋਰਟ ਮੁਤਾਬਿਕ ਟਰੱਕ ਚਾਲਕ ਨੇ ਭੀੜ ਦੇ ਵਿੱਚ ਟਰੱਕ ਫਸਾਉਣ ਤੋਂ ਪਹਿਲਾਂ ਪੁਲਿਸ ਤੇ ਵੀ ਗੋਲੀਆਂ ਚਲਾਈਆਂ। ਘਟਨਾ ਵਾਲੀ ਥਾਂ ਤੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਦੇ ਵਿੱਚ ਗੋਲੀਆਂ ਦੀ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਨੇ। ਇਸ ਘਟਨਾ ਦੇ ਵਿੱਚ 150 ਤੋਂ ਵਧੇਰੇ ਲੋਕ ਜ਼ਖਮੀ ਹੋਏ ਨੇ। ਪੁਲਿਸ ਨੇ ਟਰੱਕ ਚਾਲਕ ਨੂੰ ਮਾਰ ਮੁਕਾਇਆ ਹੈ। ਪੁਲਿਸ ਨੇ ਟਰੱਕ ਤੋਂ ਬੰਦੂਕਾਂ, ਵਿਸਫੋਟਕ ਤੇ ਗ੍ਰੇਨੇਡ ਵੀ ਹਾਸਲ ਕੀਤੇ ਨੇ। ਟਰੱਕ ਚਾਲਕ ਟਿਊਨੀਸ਼ੀਆ ਮੂਲ ਦਾ 31 ਸਾਲਾ ਸ਼ਖਸ ਹੈ। ਟਰੱਕ ਤੋਂ ਫਰਾਂਸ ਟਿਊਨੀਸ਼ੀਆ ਮੂਲ ਦੇ ਪਹਿਚਾਣ ਪੱਤਰ ਵੀ ਬਰਾਮਦ ਹੋਏ ਨੇ। ਹਾਦਸੇ ਦੀ ਚਸ਼ਮਦੀਦ ਇੱਕ ਮਹਿਲਾ ਮੁਤਾਬਿਕ ਉਹ ਤੇ ਉਸ ਦੇ ਨਾਲ ਦੇ ਕਈ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਕਈ ਲੋਕ ਹੋਟਲ ਦੇ ਵੱਲ ਭੱਜੇ ਤੇ ਕਈ ਲੋਕ ਟਾਇਲਟ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾਉਣ 'ਚ ਸਫਲ ਹੋਏ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਇਸ ਹਮਲੇ ਤੋਂ ਬਾਅਦ ਫਰਾਂਸ ਦੇ ਵਿੱਚ ਐਮਰਜੈਂਸੀ ਨੂੰ 3 ਮਹੀਨਿਆਂ ਦੇ ਲਈ ਹੋਰ ਵਧਾ ਦਿੱਤਾ ਹੈ। ਅੱਤਵਾਦ ਦਾ ਕੋਈ ਨਾ ਚਿਹਰਾ ਹੁੰਦਾ ਹੈ, ਨਾ ਧਰਮ ਤੇ ਨਾ ਕੋਈ ਮੁਲਕ। ਅੱਜ ਇਹ ਅੱਤਵਾਦ ਕਿਸੇ ਇੱਕ ਦੇਸ਼ ਦੇ ਲਈ ਨਹੀਂ, ਸਗੋਂ ਪੂਰੀ ਮਾਨਵਤਾ ਦੇ ਲਈ ਖਤਰਾ ਬਣ ਚੁੱਕਿਆ ਹੈ। ਫਰਾਂਸ ਦੇ ਵਿੱਚ ਇੱਕ ਹਮਲਾਵਰ ਨੇ 84 ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।
ਉਹ ਵੀ ਉਦੋਂ ਜਦੋਂ ਇਹ ਸਾਰੇ ਲੋਕ ਜਸ਼ਨ ਮਨਾਉਣ ਦੇ ਲਈ ਜੁੜੇ ਹੋਏ ਸਨ। 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇੱਕ ਭਾਰੀ ਟਰੱਕ ਲੋਕਾਂ ਨੂੰ ਰੌਂਦਦਾ ਹੋਇਆ ਚਲਿਆ ਗਿਆ। ਹਮਲੇ ਤੋਂ ਬਾਅਦ ਕਾਊਂਟਰ ਟੈਰਰਿਸਟ ਇਨਵੈਸਟੀਗੇਟਰਸ ਡਰਾਈਵਰ ਦੀ ਪਛਾਣ ਕਰਨ ਵਿੱਚ ਜੁਟ ਗਏ ਹੈ। ਪੁਲਿਸ ਦੀ ਗੋਲੀ ਨਾਲ ਮਰਨ ਤੋਂ ਪਹਿਲਾਂ ਉਸ ਡਰਾਈਵਰ ਨੇ ਪੁਲਿਸ ਦੇ ਨਾਲ ਓਪਨ ਫਾਇਰਿੰਗ ਵੀ ਸ਼ੁਰੂ ਕਰ ਦਿੱਤੀ ਸੀ। ਇਹ ਹਮਲਾ ਪੈਰਿਸ ਵਿੱਚ ਇਸਲਾਮਿਕ ਸਟੇਟ ਦੇ ਹਮਲੇ ਦੇ 8 ਮਹੀਨੇ ਬਾਅਦ ਹੋਇਆ ਹੈ। ਪੈਰਿਸ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਵੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ 130 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਨਿਊਜ਼ਪੇਪਰ ਨੀਸ ਮੈਟਿਨ ਨੇ ਕੁਝ ਅਣਪਛਾਤੇ ਸੂਤਰਾਂ ਦੇ ਹਵਾਲਿਆਂ ਤੋਂ ਦੱਸਿਆ ਹੈ ਕਿ 31 ਸਾਲ ਦਾ ਇਹ ਹਮਲਾਵਰ ਡਰਾਈਵਰ ਟਿਊਨੀਸ਼ੀਅਨ ਮੂਲ ਦਾ ਨਿਵਾਸੀ ਹੈ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਹੋਲਾਂਦ ਹਮਲੇ ਤੋਂ ਬਾਅਦ ਸਾਊਥ ਫਰਾਂਸ ਤੋਂ ਪੈਰਿਸ ਦੇ ਲਈ ਰਵਾਨਾ ਹੋ ਗਏ। ਟੈਲੀਵਿਜ਼ਨ ਰਾਹੀਂ ਉਹਨਾਂ ਨੇ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਕੁਝ ਘੰਟੇ ਪਹਿਲਾਂ ਹੀ ਉਹਨਾਂ ਨੈਸ਼ਨਲ ਡੇ ਤੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ 8 ਮਹੀਨਿਆਂ ਤੋਂ ਬਾਅਦ ਇਹ ਐਮਰਜੈਂਸੀ ਖਤਮ ਹੋ ਜਾਏਗੀ। ਇਹ ਐਮਰਜੈਂਸੀ ਫਰਾਂਸ ਦੇ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਨਵੰਬਰ ਦੇ ਵਿੱਚ ਪੈਰਿਸ ਦੇ ਵਿੱਚ ਹਮਲੇ ਦੌਰਾਨ 130 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਲਗਾਈ ਗਈ ਸੀ। ਪਰ ਮੌਜੂਦਾ ਹਮਲੇ ਤੋਂ ਬਾਅਦ ਫਰਾਂਸ ਨੇ ਐਮਰਜੈਂਸੀ ਦੀ ਮਿਆਦ ਵਧਾ ਦਿੱਤੀ ਹੈ। ਪੁਲਿਸ ਨੇ ਨੀਸ ਦੇ ਵਿੱਚ ਲੋਕਾਂ ਨੂੰ ਬੰਦਕ ਬਣਾਏ ਜਾਣ ਦੀ ਗੱਲ ਨੂੰ ਵੀ ਖਾਰਿਜ ਕਰ ਦਿੱਤਾ ਹੈ। ਸੋਸ਼ਲ ਮੀਡੀਆ ਤੇ ਅਜਿਹੀ ਅਫਵਾਹਾਂ ਵੀ ਚੱਲ ਰਹੀਆਂ ਸਨ ਕਿ ਨੀਸ ਦੇ ਵਿੱਚ ਲੋਕਾਂ ਨੂੰ ਬੰਦਕ ਬਣਾਇਆ ਗਿਆ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਚਲਦੀ ਗੱਡੀਆਂ ਦੇ ਨਾਲ ਹਮਲੇ ਕੀਤੇ ਗਏ ਕਈ ਵਾਕਿਏ ਸਾਹਮਣੇ ਆਏ ਹਨ। ਇਜ਼ਰਾਈਲ ਤੇ ਯੂਰਪ ਦੇ ਵਿੱਚ ਅਜਿਹੇ ਕਈ ਹਮਲੇ ਹੋ ਚੁੱਕੇ ਨੇ। ਹਾਲਾਂਕਿ ਇੰਨਾ ਭਿਆਨਕ ਕਿਸੇ ਨੇ ਕਦੇ ਨਹੀਂ ਵੇਖਿਆ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਮਰੀਕੀ ਜਨਤਾ ਦੇ ਵੱਲੋਂ ਉਹ ਇਸ ਹਮਲੇ ਦੀ ਕਰੜੀ ਨਿੰਦਾ ਕਰਦੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਮਲੇ ਦੀ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਕੁਝ ਦਿਨ ਪਹਿਲਾਂ ਸਿਕਿਉਰਿਟੀ ਏਜੰਸੀਜ਼ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਦਹਿਸ਼ਤਗਰਦਾਂ ਦੇ ਵੱਲੋਂ ਕੌਮੀ ਰਾਜਧਾਨੀ ਨੂੰ ਦਹਿਲਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਅਲਰਟ ਵੀ ਜਾਰੀ ਕੀਤਾ ਗਿਆ ਸੀ ਤੇ BSF ਦੇ ਵੱਲੋਂ ਬਾਰਡਰ ਤੇ ਕਿਹੋ ਜਿਹੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਕੌਮਾਂਤਰੀ ਬਾਰਡਰ ਤੋਂ ਲੈ ਕੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਵਿੱਚ ਇਸ ਸਮੇਂ ਕਿਹੋ ਜਿਹੀ ਸੁਰੱਖਿਆ ਹੈ ਤੇ ਅੱਤਵਾਦੀ ਕਿਹੜੇ ਰਸਤੇ ਨੂੰ ਅਖਤਿਆਰ ਕਰ ਸਕਦੇ ਨੇ ਕੌਮੀ ਰਾਜਧਾਨੀ ਦੇ ਵਿੱਚ ਪਹੁੰਚਣ ਦੇ ਲਈ ਤੇ ਇਸ ਦੇ ਨਾਲ ਹੀ ਸਿਕਿਉਰਿਟੀ ਏਜੰਸੀਜ਼ ਉਹਨਾਂ ਨੂੰ ਕਿੱਥੇ ਰੋਕ ਸਕਦੀਆਂ ਨੇ, ਇਸ ਬਾਰੇ ਜਾਣਕਾਰੀ ਦੇ ਰਹੇ ਨੇ ਮੇਰੇ ਸਹਿਯੋਗੀ ਰਵੀ ਬਖਸ਼ ਸਿੰਘ। ਅੱਤਵਾਦ ਦੇ ਗਲੋਬਲ ਚਿਹਰੇ ਤੋਂ ਨਜਿੱਠਣ ਦੇ ਲਈ ਬਿਨਾਂ ਸ਼ੱਕ ਸਾਰੇ ਮੁਲਕਾਂ ਨੂੰ ਇੱਕ ਮੰਚ ਤੇ ਆਣਾ ਹੋਏਗਾ। ਪਰ ਕਈ ਸਾਲਾਂ ਤੋਂ ਅੱਤਵਾਦ ਦੀ ਮਾਰ ਝੇਲ ਰਹੇ ਭਾਰਤ ਦੇ ਲਈ ਇਹ ਸਮੱਸਿਆ ਮੁੜ ਤੋਂ ਹੀ ਅਹਿਮ ਸਮੱਸਿਆ ਰਹੀ ਹੈ। ਮੌਜੂਦਾ ਸਮੇਂ ਹੁਣ ਜਿੱਥੇ ਅੱਤਵਾਦ ਦਾ ਮੋਡਸ ਆਪਰੈਂਡੀ ਬਦਲ ਚੁੱਕਿਆ ਹੈ, ਉੱਥੇ ਭਾਰਤ ਨੇ ਵੀ ਆਪਣੀ ਕਈ ਸੁਰੱਖਿਆ ਸਕੀਮਸ ਤੇ ਬਦਲਾਅ ਕੀਤਾ ਹੈ। ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਸੁਰੱਖਿਆ ਮਜ਼ਬੂਤ ਕਰਨ ਲਈ ਇੰਡੀਅਨ ਰਿਜ਼ਰਵ ਦੀਆਂ 2 ਬਟਾਲੀਅਨਾਂ ਕਾਇਮ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਗ੍ਰਹਿ ਵਿਭਾਗ ਪੰਜਾਬ ਦੇ ਅਧਿਕਾਰੀਆਂ ਮੁਤਾਬਕ ਅੰਦਰੂਨੀ ਸੁਰੱਖਿਆ ਬਾਰੇ ਕੇਂਦਰੀ ਕਮੇਟੀ ਵੱਲੋਂ ਪੰਜਾਬ ਸਮੇਤ ਰਾਜਸਥਾਨ ਅਤੇ ਗੁਜਰਾਤ ਨਾਲ ਲੱਗਦੀ ਸੁਰੱਖਿਆ ਮਜ਼ਬੂਤ ਕਰਨ ਲਈ ਵੀ 3 ਬਟਾਲੀਅਨਾਂ ਕਾਇਮ ਕਰਨ ਸੰਬੰਧੀ ਹਾਮੀ ਭਰੀ ਗਈ ਹੈ। ਰਾਜਸਥਾਨ ਦੇ ਵਿੱਚ 2 ਅਤੇ ਗੁਜਰਾਤ ਦੇ ਵਿੱਚ 1 ਬਟਾਲੀਅਨ ਸਥਾਪਿਤ ਕੀਤੀ ਜਾਏਗੀ। ਉੱਚ ਅਧਿਕਾਰੀਆਂ ਮੁਤਾਬਕ ਕੇਂਦਰੀ ਕਮੇਟੀ ਵੱਲੋਂ ਸਰਹੱਦ ਪਾਰ ਤੋਂ ਹੋ ਰਹੇ ਅੱਤਵਾਦੀ ਹਮਲੇ ਤੋਂ ਬਚਾਅ ਦੇ ਲਈ ਸਮੀਖਿਆ ਕੀਤੀ ਗਈ ਸੀ ਤੇ ਤਿੰਨਾਂ ਸੂਬਿਆਂ ਨੇ ਸੀਮਾ ਸੁਰੱਖਿਆ ਬਲਾਂ ਤੋਂ ਬਾਅਦ ਸੁਰੱਖਿਆ ਦੀ ਇੱਕ ਵੱਖਰੀ ਲਾਈਨ ਖੜੀ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਜੋ ਕਿਸੇ ਵੀ ਹੰਗਾਮੀ ਹਾਲਾਤਾਂ ਦੇ ਵਿੱਚ ਸਥਿਤੀ ਤੇ ਕਾਬੂ ਪਾਇਆ ਜਾ ਸਕੇ। ਕੇਂਦਰੀ ਕਮੇਟੀ ਦੀ ਸਮਿਤੀ ਮੁਤਾਬਕ ਬਟਾਲੀਅਨਾਂ ਦੀ ਸਥਾਪਤੀ ਲਈ ਮੁੱਢਲੇ ਤੌਰ ਤੇ ਆਉਣ ਵਾਲਾ ਖਰਚ ਕੇਂਦਰ ਸਰਕਾਰ ਵੱਲੋਂ ਚੱਲਿਆ ਜਾਏਗਾ। ਮੁੱਢਲੇ ਖਰਚ ਦੇ ਵਿੱਚ ਹਥਿਆਰ ਅਤੇ ਹੋਰ ਸਾਜ਼ੋ ਸਮਾਨ ਸ਼ਾਮਿਲ ਹੈ, ਜਿਸ ਤੇ ਪ੍ਰਤੀ ਬਟਾਲੀਅਨ 46 ਕਰੋੜ ਰੁਪਏ ਦਾ ਖਰਚਾ ਅੱਜ ਦੇ ਸਮੇਂ ਦੇ ਵਿੱਚ ਆਉਣ ਦਾ ਅਨੁਮਾਨ ਹੈ। ਪੰਜਾਬ ਵੱਲੋਂ ਇਹ ਬਟਾਲੀਅਨਸ ਪਠਾਨਕੋਟ ਅਤੇ ਅਬੋਹਰ ਦੇ ਵਿੱਚ ਤੈਨਾਤ ਕਰਨ ਦਾ ਵਿਚਾਰ ਕੀਤਾ ਗਿਆ ਹੈ। ਬਟਾਲੀਅਨ ਦੀ ਸਥਾਪਨਾ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲੇਗਾ। ਪੰਜਾਬ, ਰਾਜਸਥਾਨ ਅਤੇ ਗੁਜਰਾਤ ਨੇ ਕੇਂਦਰ ਸਰਕਾਰ ਨੂੰ ਤਰਕ ਦਿੱਤਾ ਸੀ ਕਿ ਜੇਕਰ ਕੇਂਦਰ ਸਰਕਾਰ ਬਟਾਲੀਅਨ ਦੀ ਸਥਾਪਨਾ ਤੇ ਆਉਣ ਵਾਲੇ ਮੁੱਢਲੇ ਖਰਚ ਨੂੰ ਝੱਲ ਲੈਂਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੋਰ ਖਰਚ ਰਾਜ ਸਰਕਾਰ ਝੱਲ ਲੈਣਗੇ। ਸੂਤਰਾਂ ਮੁਤਾਬਕ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਵੀ ਦਲੀਲ ਦਿੱਤੀ ਕਿ ਜੇਕਰ ਕੌਮਾਂਤਰੀ ਸਰਹੱਦ ਤੇ BSF ਦੀ ਨਫਰੀ ਵਧਾਈ ਜਾਂਦੀ ਹੈ ਤਾਂ ਕੇਂਦਰ ਸਰਕਾਰ ਨੂੰ ਵਧੇਰੇ ਵਿੱਤੀ ਬੋਝ ਚੁੱਕਣਾ ਪਏਗਾ। ਅੰਦਰੂਨੀ ਸੁਰੱਖਿਆ ਬਾਰੇ ਕੇਂਦਰੀ ਕਮੇਟੀ ਨੇ ਸੂਬਾ ਸਰਕਾਰਾਂ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਬਟਾਲੀਅਨ ਦੀ ਸਥਾਪਨਾ ਸੰਬੰਧੀ ਹਾਮੀ ਭਰ ਦਿੱਤੀ ਹੈ। ਇੰਟੈਲੀਜੈਂਸ ਬਿਊਰੋ ਵੱਲੋਂ ਹਾਲ ਹੀ ਵਿੱਚ ਗੁਪਤ ਰਿਪੋਰਟਾਂ ਦਿੱਤੀਆਂ ਗਈਆਂ ਹਨ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਲਹਿੰਦੇ ਪੰਜਾਬ ਦੇ ਪਿੰਡਾਂ 'ਚ ਸਰਗਰਮੀਆਂ ਵਧਾ ਦਿੱਤੀਆਂ ਨੇ। ਖੁਫੀਆ ਰਿਪੋਰਟਾਂ ਮੁਤਾਬਕ ISI ਪਠਾਨਕੋਟ ਦੀ ਤਰ੍ਹਾਂ ਪੰਜਾਬ ਦੇ ਹੋਰ ਕਿਸੇ ਖੇਤਰ ਵਿੱਚ ਵੀ ਘੁਸਪੈਠ ਕਰਨ ਦੀ ਤਾਕ ਦੇ ਵਿੱਚ ਹੈ।
ਇਹਨਾਂ ਸਾਰੀ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਪਠਾਨਕੋਟ ਹਵਾਈ ਸੈਨਾ ਦੇ 에ਅਰਬੇਸ ਅਤੇ ਦੀਨਾਨਗਰ ਤੇ ਹੋਏ 2 ਵੱਡੇ ਫਦਾਇਨ ਹਮਲਿਆਂ ਤੋਂ ਬਾਅਦ ਪੰਜਾਬ ਦਾ ਸਰਹੱਦੀ ਖੇਤਰ ਲਗਾਤਾਰ ਸੰਵੇਦਨਸ਼ੀਲ ਬਣਿਆ ਹੋਇਆ ਹੈ। ਇਹਨਾਂ ਹਮਲਿਆਂ ਤੋਂ ਬਾਅਦ ਪੰਜਾਬ ਦੀ ਸਰਹੱਦ ਨੂੰ ਸੰਵੇਦਨਸ਼ੀਲ ਮੰਨਿਆ ਜਾਣ ਲੱਗਿਆ ਹੈ। ਪੰਜਾਬ ਸਰਕਾਰ ਵੱਲੋਂ ਪਠਾਨਕੋਟ ਅਤੇ ਹੋਰਨਾਂ ਸਰਹੱਦੀ ਖੇਤਰਾਂ ਦੇ ਵਿੱਚ ਵਧੇਰੇ ਸੁਰੱਖਿਆ ਬਲ ਤਾਇਨਾਤ ਕਰਕੇ ਭਾਵੇਂ ਆਪਣੇ ਤੌਰ ਤੇ ਸੁਰੱਖਿਆ ਸਖਤ ਕਰਨ ਦੇ ਯਤਨ ਕੀਤੇ ਗਏ ਨੇ, ਪਰ ਹਾਲੇ ਵੀ ਇਹਨਾਂ ਯਤਨਾਂ ਦੇ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ। ਅੱਤਵਾਦ ਦਾ ਦੈਂਤ ਜੋ ਕਿ ਪੂਰੀ ਦੁਨੀਆ ਨੂੰ ਆਪਣੀ ਗ੍ਰਿਫਤ ਦੇ ਵਿੱਚ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਤੇ ਜੇਕਰ ਖਾਸ ਕਰਕੇ ਗੱਲ ਕਰੀਏ ਆਪਣੇ ਦੇਸ਼ ਭਾਰਤ ਦੀ ਤਾਂ ਉੱਤਰ ਭਾਰਤ ਦੀਆਂ ਜਿਹੜੀਆਂ ਨੇ ਬਾਰਡਰ ਲੱਗਦੀਆਂ ਸਟੇਟਸ ਨੇ ਉਹਦੇ ਵਿੱਚ ਅੱਤਵਾਦ ਨੇ ਬੀਤੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਨੇ ਉਹ ਪੈਰ ਪਸਾਰੇ ਨੇ ਤੇ ਉਸ ਦੇ ਨਾਲ ਹੀ ਜਿਹੜੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਖਾਸ ਕਰਕੇ ਜੇ ਗੱਲ ਕਰੀਏ ਆਪਣੇ ਸੂਬੇ ਪੰਜਾਬ ਦੀ ਤਾਂ ਪੰਜਾਬ ਨੇ ਬੀਤੇ ਵਰੇ ਦੇ ਦੌਰਾਨ 2 ਵੱਡੇ ਹਮਲੇ ਜਿਹੜੇ ਨੇ ਉਹ ਆਪਣੇ ਪਿੰਡੇ ਦੇ ਉੱਤੇ ਹੰਡਾਏ ਨੇ। ਪਹਿਲਾ ਹਮਲਾ ਜਿਹੜਾ ਬੀਤੇ ਸਾਲ ਜੁਲਾਈ ਮਹੀਨੇ ਦੇ ਵਿੱਚ ਹੋਇਆ ਸੀ, ਜਿਸ ਦਾ ਕਿ ਦੀਨਾਨਗਰ ਪੁਲਿਸ ਸਟੇਸ਼ਨ ਦੇ ਉੱਤੇ ਇਹਨਾਂ ਅੱਤਵਾਦੀ ਜੋ ਕਿ ਪਾਕਿਸਤਾਨ ਤੋਂ ਆਪਣੇ ਦੇਸ਼ ਦੇ ਅੰਦਰ ਐਂਟਰ ਕੀਤੇ ਸੀ ਉਹਨਾਂ ਨੇ ਇਹ ਹਮਲਾ ਕੀਤਾ ਸੀ। ਅਤੇ ਉਸ ਤੋਂ ਬਾਅਦ ਜਿਹੜਾ ਨਵੇਂ ਸਾਲ ਵਾਲੇ ਦਿਨ 2 ਜਨਵਰੀ ਨੂੰ ਜਿਹੜਾ ਹਮਲਾ ਹੋਇਆ ਪਠਾਨਕੋਟ 에ਅਰ ਬੇਸ ਦੇ ਉੱਤੇ, ਉਸ ਦੇ ਵਿੱਚ ਵੀ ਜਿਹੜੇ ਨੇ ਉਹ ਅੱਤਵਾਦੀ ਜਿਹੜੇ ਪਾਕਿਸਤਾਨ ਦੇ ਰਸਤਿਓਂ ਹੀ ਜਿਹੜੇ ਆਪਣੇ ਦੇਸ਼ ਦੇ ਅੰਦਰ ਐਂਟਰ ਕੀਤੇ ਅਤੇ ਉਹਨਾਂ ਨੇ ਹਮਲੇ ਨੂੰ ਅੰਜਾਮ ਦਿੱਤਾ। ਤੇ ਹੁਣ ਬੀਤੇ ਦਿਨੀ ਇੱਕ ਵਾਰੀ ਫਿਰ ਆਈਬੀ ਵੱਲੋਂ ਇੱਕ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਕਿ ਇਹ ਪਾਕਿਸਤਾਨੀ ਅੱਤਵਾਦੀ ਜੋ ਕਿ ਪੰਜਾਬ ਸੂਬੇ ਦੀਆਂ ਸਰਹੱਦਾਂ ਦੇ ਅੰਦਰੋਂ ਐਂਟਰ ਹੋ ਕੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਦਿੱਲੀ ਵਿਖੇ ਜਾ ਕੇ ਜਿਹੜਾ ਹੈ ਉਹ ਹਮਲਾ ਕਰਨਗੇ। ਅਜਿਹੀਆਂ ਜਿਹੜੀ ਆਈਬੀ ਦਾ ਅਲਰਟ ਜਿਹੜਾ ਹੈ ਹਾਈ ਅਲਰਟ ਕੀਤਾ ਗਿਆ ਸੀ ਅਤੇ ਜੰਮੂ ਕਸ਼ਮੀਰ ਨੰਬਰ ਦੀ ਇੱਕ ਗੱਡੀ ਦੀ ਜਿਹੜੀ ਉਹ ਇਸਤੇਮਾਲ ਕਰਨਗੇ, ਇਹ ਗੱਲ ਵੀ ਜਿਹੜੀ ਉਹ ਸਾਹਮਣੇ ਆਈ ਸੀ। ਤੇ ਉਸ ਤੋਂ ਬਾਅਦ ਜਿਹੜੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਸਨ। ਮੈਂ ਇੱਕ ਗੱਲ ਇੱਥੇ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਕਿ ਬੀਤੇ ਦਿਨੀ ਜਿਹੜਾ ਹੈ ਜਿਹੜੇ ਨੇ ਕੁਝ ਪੈਠੀ ਉਹਨਾਂ ਨੇ ਅੰਦਰ ਦੇਸ਼ ਦੇ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਿ ਇੱਥੇ BSF ਜਿਹੜੀ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਤੈਨਾਤ ਹੈ ਅਜਨਾਲਾ ਸੈਕਟਰ ਦੇ ਕੋਲ, ਉੱਥੇ ਉਹਨਾਂ ਨੇ ਢੇਰ ਵੀ ਕੀਤਾ ਹੈ। ਜਿਹੜਾ 3 ਘੁਸਪੈਠੀਏ ਨੇ ਤੇ 3 ਦੀ ਗ੍ਰਿਫਤਾਰੀ ਵੀ ਹੋਈ ਹੈ। ਉਸ ਤੋਂ ਬਾਅਦ ਨਾਲ ਲੱਗਦੇ ਜਿਹੜੇ ਇੱਧਰ ਖੇਮਕਰਨ ਸਾਈਡ ਦੇ ਉੱਤੇ ਜਿਹੜਾ ਬਾਰਡਰ ਉਹਦੇ ਵਿੱਚ ਜਿਹੜੇ ਨੇ ਇਹ ਘੁਸਪੈਠੀਏ ਨੇ ਨਸ਼ੇ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਬਿਲਕੁਲ ਇਹ ਜਿਹੜਾ ਜ਼ਰੀਆ ਬਣਾਉਂਦੇ ਨੇ ਬਾਰਡਰ ਦੇ ਉੱਤੇ ਜਿੱਥੇ ਨਸ਼ੇ ਦੀ ਖੇਪ ਦਾ ਜਿਹੜਾ ਹੈ ਉਹ ਪਹੁੰਚਾਈ ਜਾਂਦੀ ਹੈ ਦੇਸ਼। ਇਸੇ ਤਰ੍ਹਾਂ ਹੀ ਜਿਹੜੇ ਅੱਤਵਾਦੀ ਕਈ ਵਾਰੀ ਧੋਖਾ ਦੇ ਕੇ ਜਿਹੜਾ ਅੰਦਰ ਦੇਸ਼ ਦੇ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਇਹਨਾਂ ਘਟਨਾ ਨੂੰ ਜਿਹੜਾ ਅੰਜਾਮ ਦਿੰਦੇ ਨੇ। ਪਰ ਫਿਰ ਵੀ ਸਾਡੀਆਂ ਜਿਹੜੀਆਂ ਫੋਰਸਿਸ ਨੇ ਉਹ ਕਾਫੀ ਜ਼ਿਆਦਾ ਮੁਸਤੈਦ ਨੇ ਤੇ ਇਸੇ ਤਰ੍ਹਾਂ ਦੀਆਂ ਜਿਹੜੇ ਕੋਈ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦੇਣ ਤੋਂ ਰੋਕਣ ਦੇ ਲਈ ਪੱਬਾਂ ਪਾਰ ਪੂਰੀ ਤਰ੍ਹਾਂ ਤਨਦੇਹੀ ਨਾਲ ਜਿਹੜੀਆਂ ਆਪਣੀ ਡਿਊਟੀ ਨਿਭਾ ਰਹੀਆਂ ਨੇ। ਸਾਡੀ ਇਹ ਖਾਸ ਪੇਸ਼ਕਸ਼ ਲਗਾਤਾਰ ਜਾਰੀ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਅਮਰੀਕਨ ਸਰਕਾਰ ਦੇ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਨੇ ਸਾਲ 2007 ਨੂੰ ਆਪਣਾ ਬੇਸ ਈਅਰ ਮੰਨ ਕੇ ਇੱਕ ਟੈਰਰਿਜ਼ਮ ਪ੍ਰੋਨ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਦੇ ਵਿੱਚ ਭਾਰਤ ਨੂੰ 4ਥੇ ਨੰਬਰ ਤੇ ਰੱਖਿਆ ਗਿਆ ਸੀ। ਪਹਿਲੇ ਸਥਾਨ ਤੇ ਰੱਖਿਆ ਗਿਆ ਸੀ ਇਰਾਕ ਨੂੰ, ਦੂਜੇ ਤੇ ਅਫਗਾਨਿਸਤਾਨ, ਤੀਜੇ ਤੇ ਪਾਕਿਸਤਾਨ ਤੇ 4ਥੇ ਨੰਬਰ ਤੇ ਭਾਰਤ ਨੂੰ ਰੱਖਿਆ ਗਿਆ ਸੀ। ਤੇ ਇਸ ਦੇ ਵਿੱਚ ਕਿਹਾ ਗਿਆ ਸੀ ਕਿ ਸਿਰਫ ਸਾਲ 2007 ਦੇ ਵਿੱਚ ਭਾਰਤ ਦੇ ਵਿੱਚ ਟੈਰਰਿਜ਼ਮ ਦੇ ਕਾਰਨ, ਦਹਿਸ਼ਤਗਰਦੀ ਦੇ ਕਾਰਨ 1000 ਤੋਂ ਵੱਧ ਮੌਤਾਂ ਹੋਈਆਂ ਨੇ। ਹਾਲਾਂਕਿ ਅਸਲ ਦੇ ਵਿੱਚ ਇਹ ਆંકੜਾ ਸ਼ਾਇਦ ਹੋਰ ਵੀ ਜ਼ਿਆਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਵੱਲੋਂ ਇਹ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਭਾਰਤ ਦੇ ਵਿੱਚ ਕਿੰਨੇ ਦਹਿਸ਼ਤਗਰਦੀ ਸੰਗਠਨ ਸਰਗਰਮ ਨੇ, ਜਿਸ ਦੇ ਵਿੱਚ ਲਸ਼ਕਰ-ਏ-ਤੌਇਬਾ ਤੋਂ ਲੈ ਕੇ ਜੈਸ਼-ਏ-ਮੁਹੰਮਦ, ਹਰਕਤ-ਉਲ-ਮੁਜਾਹਿਦੀਨ, ਦ ਕਮਿਊਨਿਸਟ ਪਾਰਟੀ ਆਫ ਇੰਡੀਆ, ਮਾਓਇਸਟ, ਜਮੀਅਤ-ਉਲ-ਮੁਜਾਹਿਦੀਨ, ਹਰਕਤ-ਉਲ-ਜਿਹਾਦ-ਏ-ਇਸਲਾਮੀ ਅਤੇ ਹੋਰ ਵੀ ਕਈ ਅੱਤਵਾਦੀ ਸੰਗਠਨ ਨੇ ਜੋ ਪੂਰੇ ਦੇਸ਼ ਦੇ ਵਿੱਚ ਸਰਗਰਮ ਨੇ। ਮਗਰ ਇਸ ਤੋਂ ਪਰੇ ਜੇ ਅਸੀਂ ਗੱਲ ਕਰੀਏ ਕਿ ਟੈਰਰਿਸਟ ਕਿਹੜੇ ਮੋਡਿਊਲ ਦਾ, ਕਿਹੜੀ ਸਟ੍ਰੈਟੇਜੀ ਦਾ ਇਸਤੇਮਾਲ ਕਰ ਰਹੇ ਨੇ, ਤੇ ਅੱਜਕੱਲ ਟੈਰਰਿਸਟ ਦੀ, ਅੱਤਵਾਦੀਆਂ ਦੀ ਸਟ੍ਰੈਟੇਜੀ ਦੇ ਵਿੱਚ ਵੀ ਬਦਲਾਅ ਵੇਖਿਆ ਜਾ ਰਿਹਾ ਹੈ। ਤੇ ਫਰਾਂਸ ਦੇ ਵਿੱਚ ਟਰੱਕ ਦੀ ਵਰਤੋਂ ਕਰਨਾ ਇਸੇ ਦਾ ਇੱਕ ਉਦਾਹਰਨ ਹੈ। ਅੱਤਵਾਦ ਦਾ ਚਿਹਰਾ ਗਲੋਬਲ ਹੋ ਚੁੱਕਿਆ ਹੈ। ਹੁਣ ਉਹ ਦਿਨ ਨਹੀਂ ਜਦ ਇਕੱਲਾ ਭਾਰਤ ਸਰਹੱਦ ਪਾਰ ਤੋਂ ਸਮਰਥਿਤ ਅੱਤਵਾਦ ਦਾ ਰੋਣਾ ਕੌਮਾਂਤਰੀ ਪੱਧਰ ਤੇ ਰੋਂਦਾ ਸੀ, ਪਰ ਵਿਸ਼ਵ ਉਸ ਨੂੰ ਅਣਸੁਣਾ ਕਰ ਦਿੰਦਾ। ਪਰ ਅੱਤਵਾਦ ਦੀ ਇਹ ਪੀੜਾ ਹੁਣ ਭਾਰਤ ਤੱਕ ਸੀਮਿਤ ਨਹੀਂ।
ਅੱਜ ਵਿਸ਼ਵ ਦੇ ਮੁੱਖ ਅਰਥ ਵਿਵਸਥਾ ਵਾਲੇ ਮੁਲਕ ਵੀ ਅਤਵਾਦ ਦੀ ਅੱਗ ਚੱਲ ਰਹੇ ਨੇ। ਜਿੱਥੇ ਅਮਰੀਕਾ 26/11 ਦੇ ਹਮਲੇ ਬਾਅਦ ਲਗਾਤਾਰ ਅਤਵਾਦ ਖਿਲਾਫ ਬੋਲ ਰਿਹਾ ਹੈ ਤਾਂ ਫਰਾਂਸ, ਇਟਲੀ, ਜਰਮਨੀ, ਇੰਗਲੈਂਡ ਵਰਗੇ ਉਹ ਮੁਲਕ ਜਿਨ੍ਹਾਂ ਦਾ ਅਤਵਾਦ ਦੇ ਨਾਲ ਕੋਈ ਵਾਬਸਤਾ ਵੀ ਨਹੀਂ, ਉਹ ਵੀ ਅੱਜ ਅਤਵਾਦ ਦੀ ਚਪੇਟ ਵਿੱਚ ਆ ਚੁੱਕੇ ਨੇ। ਗਲੋਬਲ ਹੁੰਦਾ ਜਾ ਰਿਹਾ ਅਤਵਾਦ ਦਾ ਇਹ ਖਤਰਾ ਵਿਸ਼ਵ ਦੀ ਸਭ ਤੋਂ ਵੱਡੀ ਮੁਸੀਬਤ ਬਣ ਚੁੱਕਿਆ ਹੈ। ਗੰਭੀਰ ਹੋਣ ਵਾਲੀ ਗੱਲ ਇਹ ਵੀ ਹੈ ਕਿ ਅੱਜ ਦੇ ਅਤਵਾਦ ਦਾ ਮੋਡਸ ਆਪਰੈਂਡੀ ਵੀ ਬਿਲਕੁਲ ਬਦਲ ਚੁੱਕਿਆ ਹੈ। ਜਿੱਥੇ ਪਹਿਲਾਂ ਫਿਦਾਇਨ ਹਮਲੇ ਵਧੇਰੇ ਹੁੰਦੇ ਸੀ, ਉੱਥੇ ਅੱਜ ਖੁੱਲ੍ਹੇਆਮ ਮੌਤ ਦਾ ਕਫਨ ਬਣ ਕੇ ਛੋਟੀ ਉਮਰ ਦੇ ਨੌਜਵਾਨ ਧਰਮ ਜਿਹਾਦ ਦੀ ਆੜ ਦੇ ਵਿੱਚ ਆਮੋ ਸਾਹਮਣੇ ਦਾ ਵਾਰ ਕਰਦੇ ਨੇ। ਸੋਸ਼ਲ ਮੀਡੀਆ ਰਾਹੀਂ ਐਕਟਿਵ ਅੱਜ ਦਾ ਅਤਵਾਦ ਦਾ ਚਿਹਰਾ ਬੇਹੱਦ ਬੇਖੌਫ ਹੈ। ਪਹਿਲਾਂ ਸਮੇਂ ਦਾ ਅਤਵਾਦ ਕਿਸੇ ਇੱਕ ਸੰਗਠਨ ਤੋਂ ਸਮਰਥਿਤ ਹੁੰਦਾ ਸੀ ਤੇ ਉੱਥੋਂ ਹੀ ਉਸ ਨੂੰ ਫੰਡ ਆਉਂਦੇ ਸੀ, ਪਰ ਅੱਜ ਦਾ ਅਤਵਾਦ ਅਜਿਹਾ ਨਹੀਂ। ਅੱਜ ਫੰਡਿੰਗ ਦੇ ਇੱਕ ਨਹੀਂ ਕਈ ਹਜ਼ਾਰ ਜ਼ਰੀਏ ਹਨ। ਅੱਜ ਦਾ ਅਤਵਾਦ ਡਾਇਰੈਕਟ ਕਨੈਕਸ਼ਨ ਦੇ ਨਾਲ ਕੰਮ ਕਰਦਾ ਹੈ, ਜੋ ਆਪਣੇ ਏਜੰਡਾ ਤੇ ਆਪਣੇ ਕਾਨੂੰਨ ਦਾ ਖੁਦ ਮਾਲਿਕ ਹੈ। ਅੱਜ ਤਾਂ ਕਿਸੇ ਵੀ ਥਾਂ ਦੇ ਵਿੱਚ ਟੈਰਰ ਅਟੈਕ ਕਰਵਾਇਆ ਜਾ ਸਕਦਾ ਹੈ। ਗਲੋਬਲ ਹੁੰਦੇ ਇਸ ਟੈਰਰਿਜ਼ਮ ਦਾ ਇੱਕ ਹੀ ਤੋੜ ਹੈ, ਸਮੂਹ ਵਿਸ਼ਵ ਦਾ ਇੱਕ ਮੰਚ ਤੇ ਆ ਕੇ ਇਸ ਦੇ ਖਿਲਾਫ ਇਕਜੁੱਟ ਹੋਣਾ। ਸੋ ਇਸ ਸਮੇਂ ਜੀ ਮੇਰੇ ਨਾਲ ਮੌਜੂਦ ਨੇ ਪ੍ਰਫੁੱਲ ਬਖਸ਼ੀ, ਡਿਫੈਂਸ ਐਂਡ ਸਿਕਿਉਰਿਟੀ ਐਨਾਲਿਸਟ, ਤੇ ਉਹ ਕੀ ਸੋਚਦੇ ਨੇ ਫਰਾਂਸ ਦੇ ਇਸ ਹਮਲੇ ਦੇ ਬਾਰੇ, ਉਹਨਾਂ ਤੋਂ ਜਾਣਦੇ हैं। प्रफुल्ल जी, पीटीसी न्यूज़ ਦੇ ਵਿੱਚ ਤੁਹਾਡਾ स्वागत है। प्रफुल्ल जी, सबसे पहला सवाल आपसे पूछना चाहूँगा कि फ्रांस में ये जो कुछ हुआ, इस हमले को आप कैसे देखते हैं? देखिए, जो फ्रांस में जो हमला हुआ वो तो बड़ा पुरानी चीज़ है, वो तो होती रही है, 7-8 हो चुकी हैं। तो उसमें हमले में तो कोई ये सोच भी नहीं चाहिए कि कोई नई चीज़ हुई है। अच्छा। प्रॉब्लम ये है कि फ्रांस तैयारी नहीं कर रहा, सिक्योरिटी किसी ने नहीं देखी। और देखा है कि फ्रांस अब यूरोपियन यूनियन है, पूरे यूरोप में सब। अभी बेल्जियम में हुआ था, ब्रसल्स में, और फ्रांस में उससे पहले हुआ, कई जगह हुआ फ्रांस में, इंक्लूडिंग वो जर्नलिस्ट के ऑफिस में, इंक्लूडिंग बेकरी, इंक्लूडिंग एवरीवेयर। उनकी जो सिक्योरिटी की तैयारी है, उनकी जो इंटेलिजेंस की तैयारी है, उनका जो इंटेलिजेंस का आदान प्रदान है, वो बिल्कुल नदारत है। तो इसी वजह से ये आपको देखने को मिल रहा है, घड़ी घड़ी ये हो रहा है। और ताज्जुब की बात तो ये है कि होलैंड ने अपने क्या कहते हैं सिक्योरिटी अलर्ट कम कर दिया था उसने अभी, और इसके बाद ज़्यादा किया है। देखिए, अगर उसके इतने सीरियल हुए, इतने सारे हुए अटैक, उन्होंने क्या सोच के कम किया। अच्छा प्रफुल्ल जी, मुझे ये बताइए कि अभी जो फ्रांस में ख़ास तौर पर हुआ, उसमें ट्रक से कुचला गया, एक अलग ही स्ट्रेटेजी। शायद मुझे नहीं लगता कि किसी को ये अंदाज़ा भी होगा कि ऐसा कुछ हो सकता है। और सेकंड चीज़ मैं जो पूछना चाह रहा हूँ, जम्मू कश्मीर में हम देख रहे हैं पिछले 7-8 महीने से, पहले टेररिस्ट आते थे, अटैक करते थे और वहीं पर ख़त्म होकर बिल्कुल चले जाते थे। मगर आज स्ट्रेटेजी चेंज हो चुकी है, वो हमारी सिक्योरिटी फोर्सेस पर हमला भी करते हैं और भाग भी जाते हैं। तो क्या ओवरऑल ग्लोबली टेररिस्ट की स्ट्रेटेजी में कोई बदलाव आया है? देखिए, ओवरऑल कोई स्ट्रेटजी में बदलाव नहीं आ रहा। जो समय पे सूट करता है वो होता है। अभी आप देखेंगे अगला अटैक होगा तो वो बॉम्ब वाला अटैक होगा, एक आदमी अपने को उड़ा भी देगा, वो भी होगा। ये तो चलता रहेगा। देखिए, आप जब स्पेशली आप फ्रांस की बात कर रहे हैं, फ्रांस का जो ट्रक वाली बात कर रहे हैं, बिल्कुल वाजिब है कि एक ट्रक को आप 3-4 किलोमीटर लंबे जो हजूम है उसके ऊपर चढ़ा दीजिए तो एक्सप्लोजन से ज़्यादा लोग मारेंगे। अगर ट्रक को खड़ा करके एक्सप्लोड करते तो मुश्किल से 10-15 लोग मरते, यहाँ तो उन्हें 80-90 लोग मार दिए। तो ये अक्लमंदी का काम है। अब क्या एयरक्राफ्ट को आप बिल्डिंग से टकराइए या ट्रक को लोगों से टकराइए, बात वही है। मेरे को स्ट्रेटजी में इतना कोई फ़र्क नहीं पता चल रहा, और ना ही हमें उसके बारे में इतनी चिंता करनी चाहिए कि उनकी स्ट्रेटजी बदल गई है। हमको चिंता करनी चाहिए कि हमारी सिक्योरिटी क्यों नहीं इंप्रूव हो रही। सेम इज द केस विद कश्मीर। कश्मीर में अब वो हिट एंड रन नहीं कर रहे, अब वो ह्यूमन शील्ड बना रहे हैं। ह्यूमन शील्ड समझते हैं कि स्टूडेंट्स जो हैं, जो पत्थर मारने वाले हैं, वो एक शील्ड बनाते हैं, उसके पीछे टेररिस्ट आते हैं, और जब पथराव करते हैं तो कहते हैं हम तो नॉन लीदल वेपन यूज़ कर रहे हैं। तो जो सिक्योरिटी फोर्सेस को भी नॉन लीदल वेपन यूज़ करना पड़ता है, वो उनको पत्थर मार के पीछे करते हैं और धीरे से टेररिस्ट को अंदर करने की कोशिश कर रहे हैं। मतलब दिमाग लड़ा रहे हैं। प्रफुल्ल जी, आज के कॉन्टेक्स्ट में अगर हम देखें तो भारत को क्या करने की ज़रूरत है? कश्मीर में हम ये सिचुएशन देख रहे हैं, अमरनाथ यात्रियों पर पथराव हो रहा है, जो कुछ हो रहा है उसके बावजूद भी सिक्योरिटी फोर्सेस को जिम्मेदार ठहराया जा रहा है काफ़ी हद तक। कश्मीर की अलग बात रही, पठानकोट में, गुरदासपुर में रिसेंटली जो हुआ वो सबको पता है। तो इसमें हम सिक्योरिटी मेजर्स के तौर पर क्या कुछ कर सकते हैं? देखिए, ऐसा सबसे पहली बात है, हमने सिक्योरिटी के प्रॉपर मेजर्स लिए ही नहीं हैं।
हम क्या करते हैं, बड़े बड़े औहदे वाले दौदार लोगों को बैठा देते हैं, सोचते हैं बड़ी सिक्योरिटी हो गई ब्यूरोक्रेट्स को और आईपीएस ऑफिसर्स को, वो कोई सिक्योरिटी नहीं होती। और ज़्यादा लोगों को आप लाने से वो सिक्योरिटी नहीं होती। आपके सिक्योरिटी पर्सनल ट्रेंड होने चाहिए और इंटेलिजेंस गैदरिंग का सिस्टम ठीक होना चाहिए और कोऑर्डिनेशन हर एक बॉडी में होनी चाहिए। आपकी बॉडीज में कोऑर्डिनेशन नहीं है, और जब कोऑर्डिनेशन नहीं है तो क्या होता है कि आपके जो इंटेलिजेंस होते हुए भी आप उस पर अमल नहीं कर पाते, क्योंकि लोग अपना टर्फ बिल्डिंग कर रहे हैं। टर्फ बिल्डिंग का मतलब है लोग अपनी अपनी एरिया बनाने की कोशिश कर रहे हैं, लोग डायरेक्टर जनरल बनने की कोशिश कर रहे हैं। उनको ये नहीं इतनी परवाह की क्या होगा। जब तक आपकी पूरी की पूरी सिक्योरिटी बॉडी एक साथ अंडर ना हो, एक हेड के अंडर ना हो, तब तक नहीं हो सकता। आर्मी आपकी इतनी पड़ी थी पठानकोट में, इतना सब कुछ था, उसको इग्नोर कर दिया, उनको पता भी नहीं कि क्या हो रहा है, और आप कहीं से एनएसजी ला रहे हैं, कहीं से कुछ कर रहे हैं। कहने का मतलब है कि हिंदुस्तान में अभी तक सिक्योरिटी के ऊपर चिंतन नहीं किया गया, कोई पॉलिसी नहीं की, इंटरनल सिक्योरिटी के प्रोसीजर्स, एक्सटर्नल सिक्योरिटी के प्रोसीजर्स नहीं किए गए, और सबको पीस मील में ऑपरेट किया जा रहा है। और आप देखेंगे और देखते ही रहेंगे। ਟੈਰਰਿਜ਼ਮ यानी अतवाद ਦੇ ਮਾਇਨੇ ਅੱਜ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਲਗਭਗ ਹਰ ਮੁਲਕ ਸਮਝ ਚੁੱਕਿਆ ਹੈ ਅਤੇ ਅਤਵਾਦ ਦਾ ਕਾਲਾ ਚਿਹਰਾ ਵੀ ਵੇਖ ਚੁੱਕਿਆ ਹੈ। ਹੁਣ ਲੋੜ ਇਹ ਮਹਿਸੂਸ ਕੀਤੀ ਜਾ ਰਹੀ ਹੈ ਕਿ ਪੂਰੀ ਦੁਨੀਆ ਭਰ ਦੇ ਵਿੱਚ ਸਾਰੇ ਮੁਲਕ ਇਕੱਠੇ ਹੋਣ ਤੇ ਅਤਵਾਦ ਦੇ ਖਿਲਾਫ ਲੜਾਈ ਲੜਨ ਤੇ ਅਜਿਹੇ ਮੁਲਕ ਜੋ ਕਿ ਨੈਗੇਟਿਵ ਅਤੇ ਪੋਜ਼ਿਟਿਵ ਟੈਰਰਿਜ਼ਮ ਦੀ ਗੱਲ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਨੀਤੀ ਅਪਣਾਈ ਜਾਣੀ ਚਾਹੀਦੀ ਹੈ ਤੇ ਅਜਿਹੇ ਮੁਲਕਾਂ ਤੇ ਸੈਂਕਸ਼ਨਸ ਲੱਗਣੀਆਂ ਚਾਹੀਦੀਆਂ ਨੇ, ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ ਤਾਂ ਜੋ ਉਹ ਸਮਝ ਸਕਣ ਕਿ ਅਤਵਾਦ ਦਾ ਸਾਥ ਦੇਣ ਦਾ ਨਤੀਜਾ ਕੀ ਹੋ ਸਕਦਾ ਹੈ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਗੁਰਮੀਤ ਨੂੰ, ਮੇਰੇ ਵੀਡੀਓ ਜਰਨਲਿਸਟ ਜਗਦੀਸ਼ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ PTC ਨਿਊਜ਼।